ਧੰਨ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਏਹੀ। ਕਵਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ, ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ, ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ। ਜੁਗੋ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਇਮਾਨ ਗਰੀਬ ਨਵਾਜ ਸਤਿਗੁਰੂ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਔਰ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਸਾਜੀ ਔਰ ਨਿਵਾਜੀ ਸਾਧ ਸੰਗਤ, ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ। ਸਾਨੂੰ ਆਪਣੀ ਪਾਵਨ ਗੋਦ ਦੀ ਦਾਤ, ਹਜ਼ੂਰੀ ਦੀ ਦਾਤ, ਚਰਨ ਸ਼ਰਨ ਦੀ ਦਾਤ ਬਖਸ਼ੀ ਹੈ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁਖ ਬਿਨਸੇ
ਸੁਖ ਪਾਇਆ। ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ। ਇਹ ਸੁਖ ਦਾ ਇੱਕ ਸੂਤਰ ਸਤਿਗੁਰੂ ਨੇ ਸਾਨੂੰ ਦੱਸਿਆ ਹੈ। ਸਤ ਸੰਗਤ ਔਰ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਸਿਫਤ ਸਲਾਹ ਕੀਰਤੀ। ਸੋ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਸਤਿਗੁਰੂ ਜੀ ਦੀ ਪਾਵਨ ਚਰਨ ਸ਼ਰਨ ਵਿਖੇ ਜੁੜਦੇ ਹੋ। ਸਤਿਗੁਰੂ ਮਿਹਰ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ, ਬਾਣੀ ਦੇ ਨਾਲ ਜੋੜ ਕੇ ਰੱਖਣ। ਸਾਹਿਬ ਜੀਆਂ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦੇ ਸ਼ਬਦ ਕੀਰਤਨ, ਗੁਰੂ ਘਰ ਦੇ ਸਾਜੇ ਨਿਵਾਜੇ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ ਨੇ। ਉਪਰੰਤ ਆਓ ਗੁਰਬਾਣੀ ਵਿਚਾਰ ਦੀ ਆਰੰਭਤਾ ਕਰੀਏ। ਗੁਰਬਾਣੀ ਵਿਚਾਰ ਦੀ ਲੜੀ ਨਾਲ ਜੁੜੀਏ। ਸਤਿਗੁਰੂ ਦਸਮ ਪਾਤਸ਼ਾਹ ਅੰਮ੍ਰਿਤ ਤੇ ਦਾਤੇ ਸਰਬੰਸ ਦਾਨੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਸੰਸਕ੍ਰਿਤੀ ਸ਼ਲੋਕਾਂ ਦੀ ਵਿਚਾਰ ਆਪ ਜੀ ਰੋਜ਼ਾਨਾ ਪਿਆਰ ਸਹਿਤ ਸਤਿਕਾਰ ਸਹਿਤ ਗੁਰੂ ਚਰਨਾਂ ਕਮਲਾਂ ਵਿਖੇ ਜੁੜ ਮਿਲ ਬੈਠ ਸ਼ਰਵਣ ਕਰਦੇ ਹੋ ਔਰ ਗੁਰਬਾਣੀ ਦੀ ਵਿਚਾਰ ਕਰਕੇ ਜਾਂ ਗੁਰਬਾਣੀ ਪੜ੍ਹ ਕੇ ਅਸਲ 'ਚ ਅਸੀਂ ਜਿਉਣਾ ਸਿੱਖਣਾ ਹੈ ਕਿ ਜਿਉਣਾ ਕਿਵੇਂ ਹੈ, ਕੀ ਜੀਵਨ 'ਚ ਧਾਰਨ ਕਰਨਾ ਹੈ, ਕੀ ਜੀਵਨ 'ਚੋਂ ਕੱਢਣਾ ਹੈ, ਛੱਡਣਾ ਹੈ। ਔਰ ਇਹ ਸਾਰਾ ਕੁਝ ਸਾਨੂੰ ਸਤਿਗੁਰਾਂ ਦੀ ਪਾਵਨ ਬਾਣੀ ਤੋਂ ਸਮਝ ਮਿਲਦੀ ਹੈ, ਸੁਚੇਤਤਾ ਮਿਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਪਾਵਨ ਪਵਿੱਤਰ ਬਾਣੀ ਦੇ 24 ਸ਼ਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਕੱਲ੍ਹ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਗੱਲ ਕੀਤੀ ਰਾਜਿਆਂ ਮਹਾਰਾਜਿਆਂ ਦੀ, ਕਿ ਜਿਹੜੇ ਪਹਿਲਾਂ ਜਾਂ ਪਿਛਲੇ ਜਨਮ 'ਚ ਜਿਨ੍ਹਾਂ ਨੇ ਕੋਈ ਦਾਨ ਕੀਤਾ, ਕੋਈ ਪੁੰਨ ਕੀਤਾ, ਕੋਈ ਚੰਗੇ ਕਰਮ ਕੀਤੇ, ਉਹਨਾਂ ਨੂੰ ਅੱਗੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਮਿਲਿਆ, ਰਾਜ ਭਾਗ ਪ੍ਰਾਪਤ ਹੋਇਆ। ਕਿਉਂਕਿ ਕਰਮ ਫਲਦੇ ਹਨ। ਆਪਾਂ ਚੰਗੇ ਕਰਮ ਕਰੀਏ, ਆਪਾਂ ਮਾੜੇ ਕਰਮ ਕਰੀਏ। ਬਾਣੀ 'ਚ ਗੁਰੂ ਮਹਾਰਾਜ ਕਹਿੰਦੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜੀਵਨ ਕਰਮਾਂ ਦੀ ਧਰਤੀ ਹੈ। ਜੋ ਬੀਜਾਂਗੇ ਉਹ ਵੱਢਾਂਗੇ, ਜੋ ਬੀਜਾਂਗੇ ਉਹ ਪ੍ਰਾਪਤ ਹੋਏਗਾ। ਔਰ ਜਿਨ੍ਹਾਂ ਨੇ ਚੰਗੇ ਕਰਮਾਂ ਦੇ ਬੀਜ ਬੀਜੇ, ਦਾਨ ਪੁੰਨ ਦੇ ਬੀਜ ਬੀਜੇ, ਹੁਣ ਉਹ ਜੋ ਉਹਨਾਂ ਨੇ ਪਹਿਲਾਂ ਬੀਜਿਆ ਸੀ ਉਹਦਾ ਫਲ ਮਿਲ ਗਿਆ। ਉਦੋਂ ਬਾਅਦ ਅੱਗੇ ਹੁਣ ਉਹ ਮਿਲਣਾ ਹੈ ਜੋ ਅੱਜ ਬੀਜ ਰਹੇ ਹਾਂ। ਜਿਵੇਂ ਜ਼ਿਮੀਂਦਾਰ ਹੈ, ਸਾਲ 'ਚ ਘੱਟ ਤੋਂ ਘੱਟ 2 ਫਸਲਾਂ ਬੀਜਦਾ ਹੈ। ਉਹਨੇ ਕਣਕ ਬੀਜੀ, ਕੋਈ 5-6 ਮਹੀਨਿਆਂ ਬਾਅਦ ਕਣਕ ਪ੍ਰਾਪਤ ਹੋ ਗਈ, ਉਹਦੀ ਫਸਲ ਹੁਣ ਉਹਨੂੰ ਮਿਲ ਗਈ। ਜੋ ਉਹਨੇ ਬੀਜਿਆ ਸੀ ਉਹ ਉਹਨੇ ਵੱਢ ਲਿਆ। ਹੁਣ ਇਹ ਨਹੀਂ ਆ ਕਿ ਉਹ ਕਵੇ ਕਿ 6 ਮਹੀਨਿਆਂ ਬਾਅਦ ਫਿਰ ਕਣਕ ਮਿਲੇ, ਫਿਰ ਤੇ ਝੋਨਾ ਜੀਰੀ ਆਦਿਕ ਉਹ ਬੀਜੇਗਾ, ਫਿਰ ਅੱਗੇ ਉਹਦਾ ਫਲ ਪ੍ਰਾਪਤ ਹੋਏਗਾ। ਉਦੋਂ ਬਾਅਦ ਫਿਰ ਬੀਜੇਗਾ, ਫਿਰ ਇਹ ਪ੍ਰੋਸੀਜਰ ਲਗਾਤਾਰ ਚੱਲਦਾ ਹੈ, ਆਪਾਂ ਜਾਣਦੇ ਹਾਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਿੱਛੇ ਕਰਮ ਕੀਤੇ, ਕਰਮਾਂ ਦੇ ਬੀਜ ਬੀਜੇ, ਦਾਨ ਪੁੰਨ ਚੰਗੇ ਕਰਮਾਂ ਦੇ ਬੀਜ ਬੀਜੇ, ਉਹਦਾ ਫਲ ਤਾਂ ਮਿਲ ਗਿਆ ਰਾਜ ਭਾਗ। ਹੁਣ ਰਾਜ ਭਾਗ ਪ੍ਰਾਪਤ ਕਰਕੇ ਜੇ ਤੇ ਚੰਗੇ ਬੀਜ ਬੀਜਦਾ, ਫਿਰ ਅੱਗੇ ਫਿਰ ਕੋਈ ਚੰਗਾ ਫਲ ਮਿਲਦਾ। ਪਰ ਚੰਗੇ ਬੀਜ ਨਾ ਬੀਜੇ, ਕਿਉਂਕਿ ਰਾਜ ਦਾ ਅਭਿਮਾਨ ਹੋ ਗਿਆ, ਤਾਣ ਦਾ ਮਾਣ ਹੋ ਗਿਆ, ਗੁਮਾਨ ਹੋ ਗਿਆ, ਤੇ ਫਿਰ ਤਪੋਂ ਰਾਜ ਤੇ ਰਾਜੋ ਨਰਕ ਵਾਲੀ ਗੱਲ ਬਣ ਗਈ।
ਦਾਨੰ ਪਰਾ ਪੂਰਬੇਣ ਪੁਚੰਤੇ ਮਹੀਪਤੇ ਵਿਪਰੀਤ ਬੁੱਧਿਅੰਗ ਮਾਰਤ ਲੋਕੈ ਨਾਨਕ ਚਿਰੰਕਾਲ ਦੁਖ ਭੋਗ ਤੇ। ਮਾੜੀ ਬਿਰਤੀ ਸੀ, ਮਾੜੀ ਬੁੱਧੀ, ਹੰਕਾਰੀ ਬੁੱਧੀ ਤੇ ਤਾਣ ਹਾਸਲ ਕਰਕੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਜ਼ੁਲਮ ਸ਼ੁਰੂ ਕਰ ਦਿੱਤੇ, ਗਰੀਬਾਂ ਦੇ ਨਾਲ ਧੱਕੇਸ਼ਾਹੀਆਂ ਸ਼ੁਰੂ ਕਰ ਦਿੱਤੀਆਂ। ਇਹ ਸਾਰਾ ਕੁਝ ਜਦੋਂ ਕੀਤਾ ਤੇ ਫਿਰ ਮਹਾਰਾਜ ਕਹਿੰਦੇ ਹੁਣ ਜੋ ਇਹ ਬੀਜਿਆ ਸੀ ਇਹਦਾ ਫਲ ਅੱਗੇ ਮਿਲ ਗਿਆ ਕਿ ਚਿਰੰਕਾਲ ਦੁੱਖ ਭੋਗ ਤੇ। ਬੜੇ ਲੰਬੇਰੇ ਦੁੱਖ ਫਿਰ ਝੋਲੀ ਦੇ ਵਿੱਚ ਪੈ ਗਏ, ਝੋਲੀ ਫਿਰ ਦੁੱਖਾਂ ਦੇ ਨਾਲ ਭਰ ਗਈ। ਇਦੋਂ ਅੱਗੇ ਅੱਜ 25 ਨੰਬਰ ਸ਼ਲੋਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਕਿਰਪਾ ਤੇ ਵਾਹਿਗੁਰੂ ਜੀ ਦੇ ਸਿਮਰਨ ਤੋਂ ਟੁੱਟਿਆ ਹੈ, ਬਿਰਥਾ ਅਨੁਗ੍ਰਹੰ ਗੋਬਿੰਦੈ ਜਸਿਆ ਸਿਮਰਨ ਰਿਦੰਤਰੈ। ਜਿਹੜਾ ਪਰਮਾਤਮਾ ਜਿਹੜਾ ਮਨੁੱਖ ਦੋ ਚੀਜ਼ਾਂ ਤੋਂ ਟੁੱਟਿਆ, ਇਹ ਸ਼ਬਦ ਹੈ ਅਨੁਗ੍ਰਹੰ, ਇਹ ਦੋ ਰੂਪਾਂ 'ਚ ਆਉਂਦਾ ਹੈ ਬਾਣੀ 'ਚ। ਅਨੁਗ੍ਰਹਿ ਇੱਕ ਜਗ੍ਹਾ ਤੇ ਹਾਹੇ ਦੇ ਔਂਕੜ ਵੀ ਆਉਂਦੀ ਹੈ, ਉਹ ਅਨੁਗ੍ਰਹ ਪੜ੍ਹਨਾ ਹੈ। ਜਿਹੜਾ ਗੱਗੇ ਦੇ ਪੈਰ ਚਰਾਰਾ ਲੱਗਿਆ ਹੈ ਉਹਨੂੰ ਹੋੜਾ ਬਣਾ ਕੇ ਫਿਰ ਪੜ੍ਹਿਆ ਜਾਂਦਾ ਹੈ। ਮਹਾਰਾਜ ਕਹਿੰਦੇ ਬ੍ਰਿਥਾ ਅਨੁਗ੍ਰਹੰ ਗੋਬਿੰਦੈ ਜਸਿਆ ਸਿਮਰਨ ਰਿਦੰਤਰੈ। ਜਿਹੜਾ ਪਰਮਾਤਮਾ ਦੇ ਸਿਮਰਨ ਤੋਂ ਤੇ ਪਰਮਾਤਮਾ ਦੀ ਕਿਰਪਾ ਤੋਂ ਟੁੱਟਿਆ ਹੋਇਆ ਜੀਵ ਹੈ, ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ। ਇੱਕ ਹੈ ਸਾਡੇ ਵੱਲੋਂ ਉਦਮ ਕਰਕੇ ਮਾਲਕ ਨੂੰ ਧਿਆਉਣਾ, ਮਾਲਕ ਨੂੰ ਸਿਮਰਨਾ, ਉਹਨੂੰ ਜਪਣਾ। ਇੱਕ ਹੈ ਮਾਲਕ ਵੱਲੋਂ ਸਾਡੇ ਉੱਪਰ ਆਪਣੀ ਨਜ਼ਰ ਤੇ ਆਪਣੀ ਰਹਿਮਤ ਵਰਤਾਉਣੀ। ਹੁਣ ਜਿਹੜਾ ਮਨੁੱਖ ਤੇ ਦਾਤੇ ਨੂੰ ਸਿਮਰਦਾ ਹੈ ਤੇ ਜਿਹਦੇ ਤੇ ਦਾਤੇ ਦੀ ਰਹਿਮਤ ਵਰਤਦੀ ਹੈ ਉਹ ਤੇ ਉੱਤਮ ਪੁਰਖ ਹੈ। ਪਰ ਜਿਹੜਾ ਮਨੁੱਖ ਇਹਨਾਂ ਦੋਵਾਂ ਚੀਜ਼ਾਂ ਤੋਂ ਸੱਖਣਾ ਹੈ, ਗੁਰੂ ਨਾਨਕ ਮਹਾਰਾਜ ਜਪਜੀ ਸਾਹਿਬ 'ਚ ਉਹਦੀ ਤੁਲਨਾ ਕੀੜੇ ਤੋਂ ਵੀ ਥੱਲੇ ਰੱਖ ਕੇ ਕਰਦੇ ਹਨ। ਦੋਵੇਂ ਗੱਲਾਂ ਸਤਿਗੁਰੂ ਨੇ ਉੱਥੇ ਕੀਤੀਆਂ ਨੇ। ਇੱਕ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਕਿਸੇ ਦੀ ਉਮਰ 4 ਜੁਗਾਂ ਜਿੰਨੀ, ਉਦੋਂ ਵੀ 10 ਗੁਣਾ ਵੱਧ 40 ਜੁਗਾਂ ਜਿੰਨੀ ਉਮਰ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ। ਐਨ 9 ਖੰਡਾਂ ਦੇ ਵਿੱਚ ਉਹਦੀ ਪ੍ਰਭਤਾ ਵੀ ਕੁੱਲ ਸ੍ਰਿਸ਼ਟੀ ਤੇ ਧਰਤੀ ਤੇ ਫੈਲੇ। ਕਿਉਂਕਿ ਬੰਦਾ ਚਾਹੁੰਦਾ ਮੇਰੀ ਉਮਰ ਵੀ ਬੜੀ ਲੰਬੀ ਹੋਵੇ ਤੇ ਮੇਰੀ ਸੰਸਾਰ 'ਚ ਵਡਿਆਈ ਵੀ ਬੜੀ ਹੋਏ। ਸਤਿਗੁਰੂ ਕਹਿੰਦੇ ਜੇ ਦੋਵੇਂ ਚੀਜ਼ਾਂ ਹੀ ਤੈਨੂੰ ਮਿਲ ਜਾਣ, ਉਮਰ ਵੀ ਬੜੀ ਲੰਬੀ ਮਿਲ ਗਈ, ਵਡਿਆਈ ਵੀ ਕੁੱਲ ਜਹਾਨ 'ਚ ਪ੍ਰਾਪਤ ਹੋ ਗਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਮਹਾਰਾਜ ਕਹਿੰਦੇ ਜੇ ਉਹਦੀ ਨਦਰ ਨਹੀਂ ਮਿਲੀ ਹੈ, ਦੁਨੀਆ ਤੇ ਬਹੁਤ ਸਲਾਉਂਦੀ ਪਈ ਹੈ, ਉਮਰ ਤਾਂ ਬੜੀ ਲੰਬੀ ਹੈ, ਪਰ ਵਾਹਿਗੁਰੂ ਦੀ ਨਦਰ ਨਹੀਂ ਹੈ, ਪਰਮਾਤਮਾ ਦੀ ਕਿਰਪਾ ਨਹੀਂ ਹੈ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਫਿਰ ਤੇ ਤੂੰ ਕੀੜਿਆਂ ਤੋਂ ਵੀ ਕੀੜਾ ਤੇ ਵੱਡਾ ਦੋਸ਼ੀ ਤੇ ਗੁਨਾਹਗਾਰ ਹੈ। ਕੀੜੇ ਤੋਂ ਵੱਧ ਕੇ ਤੇਰੀ ਔਕਾਤ ਪਾਇਆ ਕੋਈ ਨਹੀਂ ਹੋ ਜੇ ਰੱਬ ਦੀ ਨਦਰ ਨਹੀਂ ਹੈ। ਭਾਵੇਂ ਵਡਿਆਈ ਜਿੰਨੀ ਮਰਜ਼ੀ ਹੋਏ, ਭਾਵੇਂ ਉਮਰ ਜਿੰਨੀ ਲੰਬੀ ਮਰਜ਼ੀ ਹੋਏ, ਜੇ ਵਾਹਿਗੁਰੂ ਦੀ ਨਦਰ ਨਹੀਂ ਹੈ ਫਿਰ ਕੋਈ ਔਕਾਤ ਨਹੀਂ, ਤੂੰ ਕੀੜੇ ਬਰਾਬਰ ਵੀ ਨਹੀਂ ਹੈ। ਜਪਜੀ ਸਾਹਿਬ ਅੰਦਰ ਹੀ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਤੋਂ ਟੁੱਟਿਆ ਹੈ ਉਹ ਵੀ ਕੀੜੇ ਤੋਂ ਥੱਲੇ ਹੈ। ਉਹ ਆਪਾਂ ਬਚਨ ਪੜ੍ਹਦੇ ਹਾਂ, ਸਾਲਾਹੀ ਸਾਲਾ। ਬੰਦਾ ਪਰਮਾਤਮਾ ਨੂੰ ਸਲਾਹੁੰਦਾ ਹੋਵੇ ਦਿਨ ਰਾਤ ਤੇ ਆਉਂਦਾ ਹੈ। ਜਾਂ ਸਤਿਗੁਰੂ ਕਹਿੰਦੇ ਜਿੰਨਾ ਮਰਜ਼ੀ ਇੱਕ ਪੱਖ ਤੇ ਇਹ ਹੈ ਕਿ ਉਹਨੂੰ ਸਲਾਉਣ ਦੇ ਨਾਲ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ, ਸਾਡੇ ਸਲਾਉਣ ਦਾ ਪਰਮਾਤਮਾ ਦੀ ਸਿਫਤ ਸਿਮਰਨ ਧਿਆਉਣ ਦਾ ਮਨੋਰਥ ਕੋਈ ਇਹ ਨਹੀਂ ਹੋਣਾ ਚਾਹੀਦਾ ਜੀ ਅਸੀਂ ਰੱਬ ਦਾ ਅੰਤ ਪਾਉਣਾ ਹੈ। ਅਸੀਂ ਤਾਂ ਇਸ ਭਾਵਨਾ ਦੇ ਨਾਲ ਉਹਨੂੰ ਸਲਾਉਣਾ ਹੈ ਕਿ ਸਾਨੂੰ ਉਹਦੇ ਚਰਨਾਂ 'ਚ ਥਾਂ ਮਿਲੇ, ਅਸੀਂ ਉਹਦੀ ਅਭੇਦਤਾ ਨੂੰ ਪਾ ਲਈਏ।
ਸਾਲਾਹੀ ਸਾਲਾ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾ ਪਵੈ ਸਮੁੰਦ ਨਾ ਜਾਣੀਐ। ਅੱਗੇ ਜਿਹੜੀ ਗੱਲ ਸਤਿਗੁਰੂ ਨੇ ਕੀਤੀ, ਮਹਾਰਾਜ ਕਹਿੰਦੇ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਛੋਟੀਆਂ ਛੋਟੀਆਂ ਰਿਆਸਤਾਂ ਹੁੰਦੀਆਂ ਸਨ, ਛੋਟੇ ਛੋਟੇ ਰਾਜੇ ਮਹਾਰਾਜੇ ਹੁੰਦੇ ਸਨ। ਮਹਾਰਾਜ ਕਹਿਣ ਲੱਗੇ ਇਹ ਤੇ ਤੁਹਾਡੇ ਛੋਟੇ ਛੋਟੇ ਰਾਜ ਹਨ, ਕੋਈ ਇੰਨਾ ਜ਼ਿਆਦਾ ਵਿਸ਼ਾਲ ਰਾਜ ਭਾਗ ਦਾ ਮਾਲਕ ਹੋਵੇ ਜਿੰਨੇ ਵਿਸ਼ਾਲ ਸਮੁੰਦਰ ਹਨ। ਹੁਣ ਪਹਿਲੇ ਸਮਿਆਂ ਦੀ ਤੇ ਅੱਜ ਦੀ ਵੇਖੋ ਫਿਤਰਤ, ਸੋਚ, ਹਾਲਾਤ ਬਿਲਕੁਲ ਬਦਲ ਚੁੱਕੇ ਨੇ। ਪਹਿਲਾਂ ਤੇ ਲੋਕ ਕਹਿੰਦੇ ਸਨ ਲੜਾਈ ਦੇ ਕਾਰਨ ਹਨ ਜ਼ਰ ਜੋਰੂ ਤੇ ਜ਼ਮੀਨ, ਇਸਤਰੀ ਪੈਸਾ ਤੇ ਜ਼ਮੀਨ ਲੜਾਈ ਦਾ ਕਾਰਨ ਹੈ। ਪਰ ਅੱਜ ਲੜਾਈ ਦਾ ਕਾਰਨ ਪਾਣੀ ਵੀ ਬਣ ਚੁੱਕਿਆ ਹੈ। ਚਾਈਨਾ ਅਮਰੀਕਾ ਦੀ ਲੜਾਈ ਉਹ ਸਮੁੰਦਰ ਕਰਕੇ ਹੀ ਹੋ ਰਹੀ ਹੈ। ਚਾਈਨਾ ਵਾਲੇ ਕਹਿੰਦੇ ਸਮੁੰਦਰ ਸਾਡੇ ਇਲਾਕੇ ਦਾ ਹੈ, ਉਹ ਦੂਜੇ ਆਪਣੇ ਦਾਅਵੇ ਕਰ ਰਹੇ ਹਨ। ਤੇ ਆਪਾਂ ਰੋਜ਼ ਟੀਵੀ ਤੇ ਖਬਰਾਂ ਵੇਖਦੇ ਹਾਂ ਕਿ ਕਿਵੇਂ ਚਾਈਨਾ ਸਾਊਥ ਸੀ ਵਾਲੇ ਪਾਸੇ ਉਹ ਝਗੜੇ ਬਖੇੜੇ ਉਹਨਾਂ ਦੇ ਚੱਲ ਰਹੇ ਨੇ ਜੀ। ਇਹਨਾਂ ਜੰਗੀ ਬੇੜੇ ਲਾ ਦਿੱਤੇ, ਉਹਨਾਂ ਬੇੜੇ ਲਾ ਦਿੱਤੇ ਸਮੁੰਦਰ ਤੇ ਕਬਜ਼ਾ ਕਰਨ ਦੇ ਲਈ ਕਿ ਉਧਰ ਵੀ ਸਾਡਾ ਰਾਜ ਹੋਵੇ, ਕਬਜ਼ਾ ਹੋਏ। ਤੇ ਮਹਾਰਾਜ ਕਹਿੰਦੇ ਕਿਸੇ ਦਾ ਰਾਜ ਇੰਨਾ ਵਿਸ਼ਾਲ ਹੋਵੇ ਕਿ ਜਿੰਨੀ ਜਗ੍ਹਾ ਤੇ ਸਮੁੰਦਰ ਫੈਲੇ ਹੋਏ ਹਨ। ਧਰਤੀ ਦਾ ਆਪਾਂ ਨਕਸ਼ਾ ਵੇਖਦੇ ਹਾਂ, ਜ਼ਮੀਨ ਮਿੱਟੀ ਤੇ ਬਹੁਤ ਥੋੜ੍ਹੀ ਥਾਂ ਤੇ ਹੈ, ਬਹੁਤਾ ਤੇ ਨਕਸ਼ਾ ਉਹ ਜਿਹੜਾ ਹੁੰਦਾ ਹੈ ਪਾਣੀ ਹੀ ਪਾਣੀ ਹੈ। ਇੰਨਾ ਸਮੁੰਦਰ ਜਿੰਨਾ ਕਿਸੇ ਦਾ ਵਿਸ਼ਾਲ ਰਾਜ ਹੋ ਜਾਏ, ਬਹੁਤ ਵੱਡਾ ਪ੍ਰਤਾਪੀ ਪ੍ਰਭਾਵੀ ਰਾਜਾ ਹੋਏ। ਔਰ ਗਿਰਹਾ ਸੇਤੀ ਮਾਲ ਧਨ, ਗਿਰਹਾ ਦਾ ਭਾਵ ਹੈ ਪਹਾੜ, ਉੱਚੇ ਉੱਚੇ ਪਹਾੜਾਂ ਜਿੱਡੇ ਕਿਸੇ ਕੋਲ ਸੋਨੇ ਚਾਂਦੀ ਧਨ ਦੌਲਤ ਪਦਾਰਥਾਂ ਦੇ ਢੇਰ ਵੀ ਹੋਣ, ਰਾਜ ਵੀ ਬੜਾ ਵੱਡਾ ਹੋਵੇ ਤੇ ਰਾਜ 'ਚ ਗਰੀਬੀ ਵੀ ਨਾ ਹੋਵੇ। ਕਿਉਂਕਿ ਆਪਾਂ ਜਾਣਦੇ ਹਾਂ ਕਈ ਦੇਸ਼ ਬੜੇ ਵੱਡੇ ਹਨ ਜ਼ਮੀਨ ਦੇ ਆਪਣੇ ਭੂਗੋਲਿਕ ਆਕਾਰ ਕਰਕੇ, ਪਰ ਰਹਿਣ ਵਾਲਿਆਂ ਦੇ ਕੋਲ ਖਾਣ ਦੇ ਲਈ ਵੀ ਕੁਝ ਨਹੀਂ ਹੈ, ਭੁੱਖਮਾਰੀ ਪਈ ਹੋਈ ਹੈ। ਸੋ ਮਹਾਰਾਜ ਕਹਿੰਦੇ ਦੋਵੇਂ ਚੀਜ਼ਾਂ ਹੀ ਹੋਣ, ਰਾਜ ਵੀ ਬੜਾ ਵੱਡਾ ਹੋਵੇ, ਅੰਦਰ ਖਾਣ ਪੀਣ ਦੀ ਭੋਜਨ ਪਦਾਰਥਾਂ ਧਨ ਦੌਲਤ ਦੀ ਵੀ ਕੋਈ ਕਿਸੇ ਕੋਲ ਘਾਟ ਨਾ ਹੋਵੇ, ਦੋਵੇਂ ਚੀਜ਼ਾਂ ਹੋਣ। ਸਮੁੰਦ ਛਾ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਰਾਜ ਵੀ ਬੜਾ ਵੱਡਾ, ਦੌਲਤ ਵੀ ਬੇਅੰਤ, ਪਰ ਪਰਮਾਤਮਾ ਦੀ ਯਾਦ ਜੀਵਨ ਦੇ ਵਿੱਚ ਨਹੀਂ ਹੈ। ਤੇ ਗੁਰੂ ਕਹਿੰਦੇ ਜੇ ਤੇਰਾ ਜੀਵਨ ਇੱਦਾਂ ਦਾ ਹੈ ਤੇ ਤੂੰ ਉਸ ਕੀੜੀ ਦੇ ਬਰਾਬਰ ਵੀ ਨਹੀਂ ਹੈ ਜਿਹੜੀ ਕੀੜੀ ਰੱਬ ਨੂੰ ਚੇਤੇ ਰੱਖਦੀ ਹੈ, ਜਿਹਨੂੰ ਰੱਬ ਚੇਤੇ ਹੈ, ਪਰਮਾਤਮਾ ਚੇਤੇ। ਬਾਣੀ 'ਚ ਮਹਾਰਾਜ ਨੇ ਪਸ਼ੂਆਂ ਪੰਛੀਆਂ ਦੀਆਂ ਵੀ ਬੜੀਆਂ ਉਦਾਹਰਨਾਂ ਦੇ ਕੇ ਤੇ ਸਾਨੂੰ ਸਮਝਾਇਆ ਹੈ, ਸਿਖਾਇਆ ਹੈ ਕਿ ਜਿੱਥੋਂ ਕਿੱਥੋਂ ਵੀ ਕੋਈ ਸਿੱਖਿਆ ਮਿਲਦੀ ਹੈ ਲੈ ਕੇ ਅਸੀਂ ਆਪਣੇ ਜੀਵਨ ਨੂੰ ਸਵਾਰੀਏ, ਉੱਚਾ ਚੁੱਕੀਏ। ਸੋ ਵਾਹਿਗੁਰੂ ਦੀ ਬੰਦਗੀ ਜੀਵਨ 'ਚ ਹੈ ਤੇ ਅਸੀਂ ਉੱਤਮ ਹਾਂ। ਬੰਦੇ ਬੰਦਗੀ ਇਖਤਿਆਰ, ਬੰਦਾ ਹੈ ਹੀ ਉਹ ਜਿਹਦੇ ਜੀਵਨ 'ਚ ਬੰਦਗੀ ਹੈ। ਜਿਹੜਾ ਬੰਦਗੀ ਤੋਂ ਸੱਖਣਾ ਉਹ ਬੰਦਾ ਨਹੀਂ ਹੈ, ਉਹਨੂੰ ਤੇ ਗੁਰੂ ਪਸ਼ੂ ਹੀ ਕਹਿੰਦੇ ਹਨ। ਤੇ ਦੂਜੇ ਨੰਬਰ ਤੇ ਅਕਾਲ ਦੀ ਵਾਹਿਗੁਰੂ ਦੀ ਰਹਿਮਤ ਨਦਰ ਵੀ ਹੋਣੀ ਚਾਹੀਦੀ ਹੈ। ਤੇ ਮਹਾਰਾਜ ਕਹਿੰਦੇ ਜੇ ਕੋਈ ਬੰਦਾ ਇਹਨਾਂ ਦੋਵਾਂ ਚੀਜ਼ਾਂ ਤੋਂ ਸੱਖਣਾ ਹੈ ਉਹਦੀ ਹਾਲਤ ਕੀ ਹੈ। ਬ੍ਰਿਥਾ ਅਨੁਗ੍ਰਹੰ ਗੋਬਿੰਦੈ ਜਸਯ ਸਿਮਰਨ ਰਿਦੰਤਰੈ, ਆਰੋਗਯੰ ਮਹਾਰੋਗਯੰ ਬਿਸਿਮਰਤੇ ਕਰੁਣਾਮਯ। ਉਹ ਭਾਵੇਂ ਬਾਹਰੋਂ ਕਵੇ ਜਾਂ ਵੇਖਣ ਨੂੰ ਲੱਗੇ ਐਨ ਤੰਦਰੁਸਤ ਹੈ। ਆਰੋਗਯੰ ਗੱਗੇ ਦੇ ਸਿਹਾਰੀ ਐੜਾ ਲਗਾ ਕੇ ਉੱਪਰ ਟਿੱਪੀ ਲੱਗਣੀ, ਆਰੋਗਯੰ। ਆਰੋਗਯੰ ਸ਼ਬਦ ਭਾਵ ਤੰਦਰੁਸਤ, ਰੋਗ ਤੋਂ ਰਹਿਤ। ਮਹਾਰੋਗਯੰ ਉਹ ਬੰਦਾ ਤੰਦਰੁਸਤ ਵੀ ਸਮਝੋ ਬੜਾ ਵੱਡਾ ਰੋਗੀ ਹੈ। ਕਿਹੜਾ? ਜਿਹੜਾ ਪਰਮਾਤਮਾ ਦੀ ਕਿਰਪਾ ਨਦਰ ਤੋਂ ਸੱਖਣਾ ਹੈ, ਜਿਹੜਾ ਪਰਮਾਤਮਾ ਦੇ ਸਿਮਰਨ ਤੋਂ ਸੱਖਣਾ ਹੈ। ਬਿਸਿਮਰਤੇ ਕਰੁਣਾਮਯ, ਜਿਹੜਾ ਪਰਮਾਤਮਾ ਉਹ ਕਰੁਣਾ ਨਿਧਾਨ ਪਰਮਾਤਮਾ ਦੀ ਇਬਾਦਤ ਤੋਂ ਬੰਦਗੀ ਤੋਂ ਟੁੱਟਿਆ ਹੈ, ਉਹ ਮਨੁੱਖ ਤੰਦਰੁਸਤ ਹੋਣ ਦੇ ਬਾਵਜੂਦ ਵੀ ਰੋਗੀ ਹੈ। ਇੱਕ ਸਰੀਰਕ ਰੋਗੀ ਹੁੰਦੇ ਹਨ, ਇੱਕ ਮਾਨਸਿਕ ਰੋਗੀ। ਉਹਨਾਂ ਨੂੰ ਫਿਰ ਮਹਾਰਾਜ ਕਹਿੰਦੇ ਉਹ ਅੰਦਰੋਂ ਬਾਹਰੋਂ ਰੋਗੀ ਜਿਹੜਾ ਰੱਬ ਦੀ ਬੰਦਗੀ ਤੋਂ ਟੁੱਟਾ। ਇੱਦੋਂ ਅਗਲੇ ਸ਼ਲੋਕ 'ਚ ਮਹਾਰਾਜ ਫਰਮਾਨ ਕਰਦੇ ਹਨ, ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇ ਧਾਰਨੈ। ਮਨੁੱਖਾ ਦੇਹੀ ਬਹੁਤ ਕੀਮਤੀ ਹੈ, ਬਹੁਤ ਅਮੋਲਕ ਹੈ।
ਇਹ ਵਾਹਿਗੁਰੂ ਦੀ ਰਹਿਮਤ ਹੈ, ਸਾਨੂੰ ਇਹ ਕੰਚਨ ਵਰਗੀ ਕਾਇਆ ਉਸ ਦਾਤੇ ਨੇ ਬਖਸ਼ੀ ਹੈ। ਹੁਣ ਇਹ ਮਨੁੱਖਾ ਦੇਹੀ ਤਾਂ ਮਿਲ ਗਈ, ਇਹਦਾ ਮਨੋਰਥ ਕੀ ਹੈ? ਇਸ ਕਾਇਆ ਦਾ ਮਕਸਦ ਕੀ? ਇੱਕ ਤੇ ਆਪਾਂ ਰੋਜ਼ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਹਾਂ, ਜਿਹੜੀਆਂ ਵੇਖੋ ਸਤਿਗੁਰੂ ਨੇ ਨਿਤਨੇਮ ਦੀਆਂ ਬਾਣੀਆਂ ਸਾਨੂੰ ਬਖਸ਼ੀਆਂ ਨੇ। ਉਹਨਾਂ ਬਾਣੀਆਂ 'ਚ ਸਾਡੇ ਨਿੱਤਾ ਪ੍ਰਤੀ ਜੀਵਨ 'ਚ ਕੰਮ ਆਉਣ ਵਾਲੇ ਉਪਦੇਸ਼ ਹਨ। ਜੇ ਆਪਾਂ ਉਹਨਾਂ ਬਾਣੀਆਂ ਨੂੰ ਧਿਆਨ ਦੇ ਨਾਲ ਪੜ੍ਹਦੇ, ਵਿਚਾਰਦੇ ਤੇ ਕਮਾਉਂਦੇ ਜਾਈਏ ਤੇ ਸਾਡਾ ਜੀਵਨ ਸਫਲ ਹੈ। ਤੇ ਜੇ ਆਪਾਂ ਜਾਂ ਪੜ੍ਹੀਏ ਨਾ, ਜਾਂ ਬੇਧਿਆਨੀ ਦੇ ਵਿੱਚ ਪੜ੍ਹ ਲਈਏ ਪਰ ਸਮਝਿਆ ਕੁਝ ਨਾ, ਫਿਰ ਤੇ ਜੀਵਨ ਦੀ ਗੱਡੀ ਉੱਥੇ ਦੀ ਉੱਥੇ ਖਲੋਤੀ। ਹਜੂਰ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਸਮਾਂ ਹੈ, ਇਹ ਮੌਕਾ ਹੈ ਪਰਮਾਤਮਾ ਨੂੰ ਮਿਲਣ ਦਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ 'ਚ ਜੁੜ, ਪਰਮਾਤਮਾ ਨੂੰ ਧਿਆ, ਤਾਂ ਕਿ ਇਹ ਕੰਚਨ ਵਰਗਾ ਅਮੋਲਕ ਮਨੁੱਖਾ ਜੀਵਨ ਤੇਰਾ ਸਫਲ ਹੋਵੇ। ਮਹਾਰਾਜ ਕਹਿੰਦੇ ਰਮਣੰ ਕੇਵਲੰ ਕੀਰਤਨੰ, ਕੇਵਲ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੀ ਇਸ ਮਨੁੱਖਾ ਜੀਵਨ ਦਾ ਸ੍ਰੇਸ਼ਟ ਧਰਮ ਹੈ, ਫਰਜ਼ ਹੈ, ਮਨੋਰਥ ਹੈ। ਜਿਹੜਾ ਅਸਲੀ ਇਸ ਜੀਵਨ ਦਾ ਮਨੋਰਥ ਹੈ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਹੁਣ ਹੁੰਦਾ ਕੀ ਹੈ? ਜਨਮ ਸਾਨੂੰ ਮਿਲ ਗਿਆ, ਜੀਵਨ ਸਾਡਾ ਆਰੰਭ ਹੋ ਗਿਆ ਤੇ ਸੰਸਾਰ ਵਾਲੇ ਪਾਸੇ ਸਾਡਾ ਧਿਆਨ, ਤੇ ਸੰਸਾਰ ਵਾਲੇ ਧੰਦੇ ਕਾਰਜ ਮਾਇਆਵੀ ਵਿਹਾਰ ਉਹ ਤਾਂ ਬੰਦੇ ਨੂੰ ਹਰ ਵਕਤ ਚੇਤੇ ਰਹਿੰਦੇ ਹਨ, ਪਰ ਜੋ ਚੇਤੇ ਰੱਖਣਾ ਚਾਹੀਦਾ ਸੀ ਉਹਦਾ ਚੇਤਾ ਨਹੀਂ ਹੁੰਦਾ ਹੈ। ਮਹਾਰਾਜ ਬਚਨ ਵੀ ਕਰਦੇ ਹਨ ਕਿ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇੜ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸਾਂਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ਼, ਨੌਵੇਂ ਧੌਲੇ ਉਬੈ ਸਾ, ਦਸਵੇਂ ਦੱਦਾ ਹੁਆ ਸੁਆ। ਜੀਵਨ ਤੇ ਪੜਾ ਦਰ ਪੜਾ ਅੱਗੇ ਤੋਂ ਅੱਗੇ ਚੱਲਦਾ ਗਿਆ ਤੇ ਸੰਸਾਰੀ ਫਰਜ਼, ਸੰਸਾਰੀ ਕਰਮ, ਸੰਸਾਰੀ ਬਿਰਤੀ, ਸੰਸਾਰੀ ਵਿਹਾਰ ਬੰਦੇ ਦੇ ਅੱਗੇ ਤੋਂ ਅੱਗੇ ਬਦਲਦੇ ਗਏ। ਪਰ ਜਿਹੜਾ ਅਸਲੀ ਜੀਵਨ ਦਾ ਮਨੋਰਥ ਸੀ ਉਹਦਾ ਇਹਨੇ ਸਾਰੀ ਜ਼ਿੰਦਗੀ ਚੇਤਾ ਨਾ ਰੱਖਿਆ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਮਹਾਰਾਜ ਕਹਿੰਦੇ ਇਹ ਤਿੰਨ ਪੜਾਅ ਨੇ ਤੇਰੇ ਜੀਵਨ ਦੇ। ਜੇ ਤੂੰ ਰੱਬ ਨੂੰ ਜਪੇ ਤੇ ਤੇਰੇ ਪੜਾਅ ਸਫਲ, ਤੇ ਜੇ ਤੂੰ ਰੱਬ ਨੂੰ ਨਹੀਂ ਧਿਆਉਂਦਾ ਤੇ ਭਾਵੇਂ ਬਚਪਨ ਹੈ, ਭਾਵੇਂ ਜਵਾਨੀ, ਭਾਵੇਂ ਬੁਢਾਪਾ, ਫਿਰ ਵਿਅਰਥ ਹੈ। ਭਾਈ ਗੁਰਦਾਸ ਸਾਹਿਬ ਦਾ ਇੱਕ ਜਗ੍ਹਾ ਬਚਨ ਕਹਿੰਦੇ ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ। ਅਜੇ ਬਚਪਨ ਹੈ, ਆਪਾਂ ਕਹਿੰਦੇ ਜੀ ਇਹਨੂੰ ਅਜੇ ਕੀ ਪਤਾ ਹੈ, ਤੇ ਛੋਟਾ ਜਿਹਾ ਬੱਚਾ ਇਹਨੇ ਰੱਬ ਨੂੰ ਕੀ ਧਿਆਉਣਾ ਹੈ। ਉਹ ਫਿਰ ਕੀ ਹੁੰਦਾ ਹੈ? ਉਹ ਜਿਹੜਾ ਬਚਪਨ ਦਾ ਸਮਾਂ ਸੀ ਉਹ ਬਾਲ ਲੀਲਾ ਦੇ ਵਿੱਚ, ਖੇਡਾਂ ਦੇ ਵਿੱਚ ਇੱਦਾਂ ਹੀ ਲੰਘ ਗਿਆ। ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ, ਭਰ ਜੋਬਨ ਭਰਮਾਈਐ, ਪਰ ਤਨ ਨਿੰਦ ਲੁਭਾਵੈ। ਦੂਜੇ ਪੜਾਅ 'ਚ ਜੀਵਨ ਪਹੁੰਚ ਗਿਆ ਜਵਾਨੀ, ਤੇ ਹੁਣ ਜਵਾਨੀ ਦਾ ਨਸ਼ਾ ਸਿਰ ਤੇ ਹਾਵੀ ਹੈ। ਹੁਣ ਤੇ ਕੋਈ ਧਰਮ ਦੀ ਸਿੱਖਿਆ ਦਵੇ, ਕੋਈ ਚੰਗੀ ਸਿੱਖਿਆ ਦਵੇ। ਜਵਾਨੀ ਦਾ ਨਸ਼ਾ ਐਸਾ ਹੈ ਬੰਦੇ ਨੂੰ ਉਹ ਚੰਗਾ ਹੀ ਕੋਈ ਨਹੀਂ ਲੱਗਦਾ ਹੈ। ਜਿਹੜਾ ਇਹਨੂੰ ਬੁਰਾਈਆਂ ਤੋਂ ਰੋਕਦਾ, ਨਸ਼ਿਆਂ ਤੋਂ ਰੋਕਦਾ, ਕੁਕਰਮਾਂ ਤੋਂ ਰੋਕਦਾ ਹੈ, ਜਵਾਨੀ ਦੇ ਨਸ਼ੇ 'ਚ ਹੰਕਾਰੀ ਹੋਇਆ ਬੰਦਾ ਸੋਚਦਾ ਇਹ ਤੇ ਮੇਰਾ ਬੜਾ ਵੱਡਾ ਦੁਸ਼ਮਣ ਹੈ। ਕੋਈ ਚੰਗੀ ਸਲਾਹ ਦਵੇ ਉਹਦੇ ਨਾਲ ਅੱਗੋਂ ਇਹ ਚਾਰ ਮਾੜੇ ਬੋਲ ਬੋਲੇਗਾ, ਕਿਉਂਕਿ ਜਵਾਨੀ ਦਾ ਨਸ਼ਾ। ਮਹਾਰਾਜ ਕਹਿੰਦੇ ਭਰ ਜੋਬਨ ਭਰਮਾਈਐ, ਜਵਾਨੀ ਆਈ ਤੇ ਇਹ ਭਰਮ ਗਿਆ, ਭਟਕ ਗਿਆ। ਪਰ ਤਨ ਨਿੰਦ ਲੁਭਾਵੈ, ਜਾਂ ਪਰਾਏ ਤਨ ਵੱਲ ਤੱਕ ਰਿਹਾ, ਜਾਂ ਪਰਾਏ ਧਨ ਵੱਲ ਤੱਕ ਰਿਹਾ, ਜਾਂ ਬੈਠਾ ਬੈਠਾ ਦੂਜਿਆਂ ਦੀਆਂ ਬੁਰਾਈਆਂ ਕਰਦਾ ਰਹਿੰਦਾ ਹੈ। ਨਹੀਂ ਸੰਭਾਲਿਆ ਬਚਪਨ, ਬਾਲ ਲੀਲਾ 'ਚ ਗੁਜ਼ਰ ਗਿਆ, ਨਹੀਂ ਸੰਭਾਲੀ ਜਵਾਨੀ, ਉਹ ਵੀ ਇੱਦਾਂ ਲੰਘ ਗਈ। ਤੇ ਫਿਰ ਕੀ ਹੋਇਆ? ਬਿਰਧ ਹੋਆ ਜੰਜਾਲ ਵਿੱਚ, ਮਹਾਜਾਲ ਪਰਿਵਾਰ ਫਹਾਵੈ। ਬੁਢਾਪਾ ਆ ਗਿਆ, ਘਰ ਪਰਿਵਾਰ ਦਾ ਜਾਲ ਜੰਜਾਲ ਇਹਦੇ ਸਿਰ ਤੇ ਇੰਨਾ ਹਾਵੀ ਹੋ ਗਿਆ ਕਿ ਹੁਣ ਫੇਰ ਉੱਥੋਂ ਬਾਹਰ ਕੋਈ ਨਹੀਂ ਨਿਕਲਿਆ ਜਾਂਦਾ ਹੈ।
ਫਿਰ ਉੱਥੋਂ ਬਾਹਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਟਾਲਦਾ ਰਿਹਾ, ਜਪ ਲਵਾਂਗੇ ਤੇ ਇਦਾਂ ਕਰਦਿਆਂ ਕਰਦਿਆਂ ਬੁਢਾਪੇ ਤੱਕ ਪਹੁੰਚ ਗਿਆ। ਕਹਿੰਦਾ ਸੀ ਬੁਢਾਪੇ ਵੇਲੇ ਜਪਾਂਗੇ ਜੀ, ਅਜੇ ਤੇ ਜਵਾਨੀ ਖਾਣ ਪੀਣ ਦਾ ਸਮਾਂ ਹੈ। ਹੁਣ ਕਹਿੰਦੇ ਐਨ ਬੁਢਾਪਾ ਸਿਰ ਤੇ ਹਾਵੀ ਹੈ, ਅਜੇ ਵੀ ਬਹਾਨੇ ਬਣਾ ਰਿਹਾ, ਜਪ ਇਹ ਅਜੇ ਵੀ ਕੋਈ ਨਹੀਂ ਰਿਹਾ ਹੈ। ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਣ, ਕਹੋ ਨਾਨਕ ਇਹ ਬਿਦ ਭਈ, ਤਉ ਨਾ ਹਰ ਰਸ ਲੀਨ। ਕਹਿੰਦੇ ਇਹ ਹਾਲਤ ਬਣ ਗਈ ਹੈ, ਰੱਬ ਇਹਨੂੰ ਫੇਰ ਚੇਤੇ ਨਹੀਂ। ਜਿਵੇਂ ਕਬੀਰ ਸਾਹਿਬ ਕਹਿੰਦੇ 12 ਬਰਸ ਬਾਲਪਨ ਬੀਤੇ, ਬਚਪਨ ਚ ਲੰਘ ਗਏ ਪਹਿਲੇ 12 ਵਰੇ। 20 ਬਰਸ ਕਛ ਤਪ ਨਾ ਕੀਓ, ਅਗਲੇ 20 ਸਾਲ ਫੇਰ ਇਦਾਂ ਹੀ ਲੰਘਾ ਦਿੱਤੇ, ਕੋਈ ਰੱਬ ਨੂੰ ਨਹੀਂ ਜਪਿਆ। 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਆ, ਮੇਰੀ ਮੇਰੀ ਕਰਤੇ ਜਨਮ ਗਿਆ। ਇਦਾਂ ਮੈਂ ਮੇਰੀ ਚ ਸਾਰਾ ਜੀਵਨ ਲੰਘ ਗਿਆ। ਜਿਹੜਾ ਜੀਵਨ ਦਾ ਅਸਲੀ ਮਨੋਰਥ ਸੀ, ਫਰਜ਼ ਸੀ, ਇੱਥੇ ਆਉਣ ਦਾ ਮਕਸਦ ਸੀ, ਉਹ ਕਰਾਰ ਭੁੱਲ ਗਿਆ, ਉਹ ਮਨੋਰਥ ਭੁੱਲ ਗਿਆ। ਤੇ ਫਿਰ ਕੀ ਹੁੰਦਾ ਹੈ, ਬੰਦਾ ਆਇਆ ਜ਼ਰੂਰ, ਪੱਲੇ ਕੁਝ ਨਾ ਪਿਆ, ਖਾਲੀ ਆਇਆ ਤੇ ਖਾਲੀ ਚਲਾ ਗਿਆ। ਗੁਰੂ ਕਹਿੰਦੇ ਜੇ ਕਿਸੇ ਜਗ੍ਹਾ ਤੇ ਤੂੰ ਗਿਆ ਹੈ ਕੋਈ ਮਿਸ਼ਨ ਲੈ ਕੇ, ਕੋਈ ਟੀਚਾ ਲੈ ਕੇ, ਅੱਗੇ ਉਹਦੇ ਮੁਤਾਬਕ ਕੰਮ ਕਰੇ, ਸਫਲ ਹੋਵੇ, ਫਿਰ ਤਾਂ ਮਾਣ ਵਾਲੀ ਗੱਲ ਹੈ। ਜੇ ਗਿਆ ਤੇ ਖਾਲੀ ਆ ਗਿਆ, ਕੀਤਾ ਕੁਝ ਵੀ ਨਾ, ਤੇ ਫਿਰ ਤੇਰੇ ਜਾਣ ਦਾ ਕੀ ਲਾਭ ਤੇ ਜੀਵਨ ਦਾ ਕੀ ਲਾਭ। ਮਾਣੂ ਘੱਲੇ ਰੱਬ ਨੇ ਭੇਜਿਆ, ਮਾਣੂ ਘੱਲੇ ਉੱਠੀ ਚੱਲੈ, ਸਾਧ ਨਾਹੀ ਅਵੇਹੀ ਗੱਲੈ। ਗੁਰੂ ਕਹਿੰਦੇ ਇਸ ਗੱਲ ਦਾ ਕੋਈ ਰਸ ਸਵਾਦ ਨਹੀਂ ਹੋ ਕਿ ਖਾਲੀ ਆਇਆ ਤੇ ਖਾਲੀ ਚਲਾ ਗਿਆ, ਬਲਕਿ ਗੁਨਾਹਾਂ ਦੀਆਂ ਪੰਡਾਂ ਲੈ ਕੇ ਗਿਆ। ਸੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਜੀਵਨ ਹੈ, ਕਾਇਆ ਹੈ, ਦੇਹ ਹੈ, ਬੜੀ ਕੀਮਤੀ ਹੈ। ਤੇ ਇਸ ਦੇਹੀ ਦਾ ਜਿਹੜਾ ਧਰਮ, ਜਿਹੜਾ ਫਰਜ਼ ਹੈ, ਉਹ ਕੀ ਹੈ? ਰਮਣੰ ਕੇਵਲੰ ਕੀਰਤਨੰ, ਕੇਵਲ ਪਰਮਾਤਮਾ ਦੀ ਕੀਰਤੀ ਕਰਨੀ, ਉਹਨੂੰ ਧਿਆਉਣਾ, ਉਹਨੂੰ ਵਾਰ-ਵਾਰ ਜਪਣਾ ਹੀ ਇਸ ਜੀਵਨ ਦਾ ਮਨੋਰਥ ਹੈ। ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤ ਨਾ ਤ੍ਰਿਪਯਤੇ। ਜਿਹੜੇ ਪਰਮਾਤਮਾ ਦੇ ਸੰਤ ਪਿਆਰੇ ਹਨ, ਉਹ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਨੇ। ਤੇ ਜਿਵੇਂ ਇੱਕ ਦੁਨੀਆਦਾਰ ਮਨੁੱਖ ਦੇ ਮਨ ਅੰਦਰ ਮਾਇਆ ਦੀ ਭੁੱਖ ਹੁੰਦੀ ਹੈ, ਸਾਡੇ ਮਨਾਂ 'ਚ ਧਨ ਦੀ ਜਿਵੇਂ ਭੁੱਖ ਹੈ, ਜਿੰਨਾ ਮਰਜ਼ੀ ਆਈ ਜਾਵੇ, ਬੰਦਾ ਕਹਿੰਦਾ ਹੈ ਹੀ ਕੁਝ ਨਹੀਂ ਹੈ, ਹੋਰ ਚਾਹੀਦਾ, ਹੋਰ ਚਾਹੀਦਾ ਹੈ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ। ਗੁਰੂ ਕਹਿੰਦੇ ਭਾਵੇਂ ਪੰਡਾਂ ਵੀ ਇਹ ਬੰਨ ਲਵੇ ਨਾ, ਇਹਦੀ ਭੁੱਖ ਖਤਮ ਨਹੀਂ ਜੀ ਹੋ ਸਕਦੀ। ਮਨੁੱਖੀ ਖੋਪੜੀ ਹੈ ਹੀ ਇੱਦਾਂ ਦੀ ਹੈ, ਰੱਜਦੀ ਨਹੀਂ ਹੈ। ਇੱਕ ਮਹਾਤਮਾ ਦੇ ਕੋਲ ਇੱਕ ਫਕੀਰ ਗਿਆ, ਕਹਿਣ ਲੱਗਾ, ਰਾਜੇ ਦੇ ਕੋਲ ਇੱਕ ਮਹਾਤਮਾ ਗਿਆ, ਫਕੀਰ ਗਿਆ, ਕਹਿਣ ਲੱਗਾ ਰਾਜਨ ਕੁਝ ਦਕਸ਼ਣਾ, ਕੁਝ ਭੀਖ ਮੈਨੂੰ ਵੀ ਦਵੋ, ਮੈਂ ਬੜੀ ਆਸ ਦੇ ਨਾਲ ਤੁਹਾਡੇ ਕੋਲ ਆਇਆ ਹਾਂ। ਰਾਜਾ ਕਹਿਣ ਲੱਗਾ ਕੀ ਚਾਹੀਦਾ ਹੈ? ਉਹਨੇ ਹੱਥ ਦੇ ਵਿੱਚ ਇੱਕ ਖੱਪਰ ਪਕੜਿਆ ਹੋਇਆ ਸੀ ਮਹਾਤਮਾ ਨੇ। ਕਹਿਣ ਲੱਗਾ ਜੀ ਖੱਪਰ ਤੁਹਾਡੇ ਅੱਗੇ ਹੈ, ਬਸ ਇਹ ਭਰ ਦਵੋ, ਜੋ ਮਰਜ਼ੀ ਇਹਦੇ 'ਚ ਪਾਓ, ਇਹ ਭਰ ਦਵੋ, ਹੋਰ ਕੁਝ ਨਹੀਂ ਚਾਹੀਦਾ। ਛੋਟਾ ਜਿਹਾ ਖੱਪਰ ਸੀ। ਰਾਜੇ ਨੇ ਹੁਕਮ ਕੀਤਾ ਕਿ ਖਜ਼ਾਨੇ 'ਚੋਂ ਇਹਦੇ ਖੱਪਰ ਦੇ ਵਿੱਚ ਕੁਝ ਧਨ, ਕੁਝ ਦੌਲਤ ਪਾ ਕੇ ਇਹਨੂੰ ਭਰ ਦਵੋ। ਹੁਣ ਜਿਹਦੇ ਕੋਲ ਰਾਜੇ ਦਾ ਉਹ ਮਾਇਆ ਦਾ ਸਾਰਾ ਪ੍ਰਬੰਧ ਸੀ, ਉਹ ਮਹਾਤਮਾ ਨੂੰ ਉੱਥੇ ਲੈ ਕੇ ਗਿਆ ਜਿੱਥੇ ਮਾਇਆ ਪਦਾਰਥ ਆਦਿਕ ਸਨ, ਰਾਜੇ ਦਾ ਖਜ਼ਾਨਾ ਸੀ। ਹੁਣ ਕੀ ਹੋਇਆ, ਉਹ ਖੱਪਰ 'ਚ ਧਨ ਪਦਾਰਥ ਸੋਨਾ ਪਾਉਂਦਾ ਹੈ ਤੇ ਉਹ ਪਾਈ ਜਾਂਦਾ, ਉਹ ਭਾਰੀ ਨਹੀਂ ਰਿਹਾ ਹੈ ਬੜਾ ਛੋਟਾ ਖੱਪਰ। ਬਹੁਤ ਕੁਝ ਉਹਨੇ ਵਿੱਚ ਪਾ ਦਿੱਤਾ ਪਰ ਉਹ ਭਰੇ ਹੀ ਕੋਈ ਨਾ। ਉਹ ਬੰਦਾ ਫਿਰ ਹੈਰਾਨ ਹੋ ਕੇ ਤੇ ਰਾਜੇ ਕੋਲ ਆਇਆ, ਕਹਿਣ ਲੱਗਾ ਰਾਜਨ ਲੱਗਦਾ ਮਹਾਤਮਾ ਕੋਈ ਕਰਾਮਾਤੀ ਹੈ, ਇਹਦਾ ਖੱਪਰ ਕੋਈ ਤਿਲਿਸਮੀ ਹੈ। ਕਿੰਨਾ ਕੁਝ ਮੈਂ ਖੱਪਰ 'ਚ ਪਾ ਦਿੱਤਾ ਪਰ ਖੱਪਰ ਭਰਨ ਦਾ ਨਾਂ ਹੀ ਨਹੀਂ ਲੈ ਰਿਹਾ, ਇਹਦਾ ਭਾਂਡਾ ਭਾਰੀ ਨਹੀਂ ਰਿਹਾ ਹੈ। ਰਾਜਾ ਥੋੜਾ ਸਖਤ ਹੋ ਕੇ ਮਹਾਤਮਾ ਨੂੰ ਕਹਿਣ ਲੱਗਾ, ਇਹ ਖੱਪਰ ਕਾਹਦਾ ਬਣਾਇਆ ਤੂੰ ਜਿਹੜਾ ਭਾਰੀ ਨਹੀਂ ਰਿਹਾ ਹੈ? ਕਾਹਦਾ ਬਣਾਇਆ ਹੈ ਇਹ ਖੱਪਰ? ਉਹ ਅੱਗੋਂ ਮਹਾਤਮਾ ਕਹਿਣ ਲੱਗਾ, ਇਹ ਮੈਂ ਮਨੁੱਖ ਦੀ ਖੋਪੜੀ ਦਾ ਬਣਾਇਆ ਹੈ, ਮਨੁੱਖ ਦੀ, ਇਨਸਾਨ ਦੀ ਖੋਪੜੀ ਦਾ।
ਉਹ ਨਹੀਂ ਭਰਦੀ ਹੈ। ਜੋ ਮਰਜ਼ੀ ਪਾਈ ਜਾਓ, ਜੋ ਮਰਜ਼ੀ ਪਾਈ ਜਾਓ, ਬੰਦਾ ਫਿਰ ਖਾਲੀ ਦਾ ਖਾਲੀ। ਮਹਾਰਾਜ ਕਹਿੰਦੇ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੂਜੀ। ਇਹ ਹਾਲਤ ਹੈ ਸਾਡੀ। ਸਹਿਸ ਖਟੈ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਸੋ ਇਹ ਇੱਕ ਦੁਨਿਆਵੀ ਦਾਰ ਦੀ ਭੁੱਖ ਹੈ, ਮਾਇਆ ਦੀ ਭੁੱਖ, ਦੌਲਤ ਦੀ ਭੁੱਖ, ਪਦਾਰਥਾਂ ਦੀ ਭੁੱਖ। ਇਸੇ ਤਰ੍ਹਾਂ ਇੱਕ ਭੁੱਖ ਹੁੰਦੀ ਹੈ ਪਰਮਾਤਮਾ ਦੇ ਪਿਆਰਿਆਂ ਦੇ ਅੰਦਰ, ਪਰਮਾਤਮਾ ਦੇ ਨਾਮ ਦੀ ਭੁੱਖ। ਕੱਲ ਆਪਾਂ ਸ਼ਬਦ ਸ਼ਰਵਣ ਕੀਤਾ ਸੀ, ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ। ਹੇ ਮਾਲਕ ਜੀ, ਤੁਹਾਡੇ ਭਗਤਾਂ ਦੇ ਅੰਦਰ ਵੀ ਇੱਕ ਭੁੱਖ ਹੈ, ਪਰ ਉਹ ਭੁੱਖ ਕਿਹੜੀ ਹੈ? ਤੁਹਾਡੀ ਬੰਦਗੀ ਦੀ, ਇਬਾਦਤ ਦੀ। ਉਹ ਦਿਨ ਰਾਤ ਧਿਆਉਂਦੇ, ਜਪਦੇ ਹੀ ਰਹਿੰਦੇ, ਜਪਦੇ ਹੀ ਰਹਿੰਦੇ ਹਨ, ਪਰ ਜਪ ਜਪ ਕੇ ਰੱਜਦੇ ਨਹੀਂ ਹਨ। ਉਹ ਜੱਪੀ ਜਾਂਦੇ ਹਨ। ਬਲਕਿ ਉਹਨਾਂ ਦੀ ਹਾਲਤ ਤੇ ਇਹ ਹੁੰਦੀ ਹੈ ਕਿ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸੱਚ। ਉਹ ਕਹਿੰਦੇ ਮਾਲਕ ਜੀ, ਜੇ ਇੱਕ ਪਲ ਵੀ ਤੁਹਾਡਾ ਨਾਮ ਵਿਸਰੇ, ਫਿਰ ਸਾਡਾ ਜੀਵਨ ਕਾਹਦਾ ਜੀਵਨ ਹੈ? ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨਾਰਾਇਣ ਨਾਨਕ, ਹੇ ਨਾਨਕ, ਜੋ ਪਰਮਾਤਮਾ ਦਾ ਅੰਮ੍ਰਿਤ ਰੂਪ ਨਾਮ ਹੈ, ਪੀਵਤੰ ਸੰਤ ਨਾ ਤ੍ਰਿਪਯਤੇ। ਇਹ ਸ਼ਬਦ ਪੜ੍ਹਨਾ ਹੈ। ਤੱਤੇ ਦੇ ਪੈਰ 'ਚ ਰਾਰਾ ਹੈ, ਤ੍ਰਿਪ ਰਾਰਾ ਜਿਹੜਾ ਹੈ ਸਿਹਾਰੀ ਉਹਨੂੰ ਲਗਾ ਕੇ ਤ੍ਰਿਪ, ਫਿਰ ਉਸ ਤੋਂ ਬਾਅਦ ਪੱਪੇ ਦੇ ਪੈਰ 'ਚ, ਕਿਉਂਕਿ ਉਹ ਹਲੰਤ ਮਾਤਰਾ ਲੱਗੀ ਹੈ, ਪੱਪੇ ਦੇ ਸਿਹਾਰੀ ਲਗਾ ਕੇ ਐੜਾ ਤੇ ਫਿਰ ਤੱਤੇ ਤੇ ਲਾ ਹੈ। ਤੱਤੇ ਦੇ ਸਿਹਾਰੀ ਲੱਗੀ ਹੈ ਜਿਹੜੀ ਆਪ ਸਾਹਮਣੇ ਦੇਖ ਰਹੇ, ਉਹ ਨਹੀਂ ਪੜੀ ਜਾਣੀ। ਉਦੋਂ ਬਾਅਦ ਰਾਰੇ ਦੇ ਪੈਰ 'ਚ ਜਿਹੜੀ ਸਿਹਾਰੀ ਹੈ, ਰਾਰਾ ਜਿਹੜਾ ਪੈਰ 'ਚ ਹੈ ਸਿਹਾਰੀ ਉਹਦੇ ਲੱਗਣੀ ਹੈ। ਤ੍ਰਿਪਯਤੇ, ਪੱਪੇ ਦੇ ਵੀ ਸਿਹਾਰੀ ਲੱਗਣੀ ਹੈ। ਪੀਵਤੰ ਸੰਤ ਨਾ ਤ੍ਰਿਪਯਤੇ, ਪਰਮਾਤਮਾ ਦੇ ਪਿਆਰੇ ਸੰਤ ਜਨ ਉਹਦਾ ਨਾਮ ਅੰਮ੍ਰਿਤ ਪੀਂਦੇ ਨੇ, ਰੱਜਦੇ ਨਹੀਂ ਹਨ। ਅਗਲੇ ਸਲੋਕ 'ਚ ਮਹਾਰਾਜ ਫਰਮਾਨ ਕਰਦੇ, ਇਸ ਸਲੋਕ 'ਚ ਵੀ ਸਤਿਗੁਰੂ ਨੇ ਪਰਮਾਤਮਾ ਦੇ ਪਿਆਰਿਆਂ ਦੇ, ਭਗਤਾਂ ਦੇ, ਗੁਰਮੁਖ ਜਨਾਂ ਦੇ ਸੁਭਾਅ ਦੀ ਗੱਲ ਕੀਤੀ ਹੈ। ਬੜੇ ਪਿਆਰੇ ਅਰਥ ਹਨ ਇਸ ਸਲੋਕ ਦੇ ਵੀ। ਮਹਾਰਾਜ ਕਹਿੰਦੇ ਸਹਿਣਸ਼ੀਲ ਸੰਤੰ ਸਮ ਮਿਤਰਸਿਆ ਦੁਰਜਨੈ। ਜਿਹੜੇ ਪਰਮਾਤਮਾ ਦੇ ਸੰਤ ਹਨ ਉਹਨਾਂ ਦੀ ਬਿਰਤੀ ਹੈ ਐਨ ਸਹਿਣਸ਼ੀਲਤਾ ਵਾਲੀ ਬਿਰਤੀ। ਭਾਵੇਂ ਕੋਈ ਮਿੱਤਰ ਹੈ, ਭਾਵੇਂ ਕੋਈ ਦੁਸ਼ਮਣ ਹੈ। ਮਿਤਰਸਿਆ ਜਿਹੜਾ ਸ਼ਬਦ ਹੈ, ਮਿਤਰਸਿਆ, ਤੱਤੇ ਦੇ ਸਿਹਾਰੀ ਲੱਗ ਕੇ ਰਾਰਾ, ਸੱਸੇ ਦੇ ਫਿਰ ਸਿਹਾਰੀ, ਫਿਰ ਐੜਾ, ਮਿਤਰਸਿਆ। ਭਾਵੇਂ ਕੋਈ ਮਿੱਤਰ ਹੈ ਤੇ ਭਾਵੇਂ ਕੋਈ ਉਹਨਾਂ ਦੇ ਨਾਲ ਦੁਸ਼ਮਣੀ ਕਮਾਉਣ ਵਾਲਾ ਦੁਸ਼ਮਣ ਹੈ। ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਉਹ ਉਹਨਾਂ ਦਾ ਦੋਵਾਂ ਦੇ ਪ੍ਰਤੀ ਨਜ਼ਰੀਆ ਇੱਕੋ ਜਿਹਾ ਹੁੰਦਾ ਹੈ। ਉਹਨਾਂ ਦੇ ਅੰਦਰ ਸਹਿਣਸ਼ੀਲਤਾ ਹੈ। ਔਰ ਵੇਖੋ, ਸਹਿਣਸ਼ੀਲਤਾ ਜੀਵਨ ਦੇ ਵਿੱਚ ਹੋਏ ਨਾ ਤੇ ਜੀਵਨ ਦੇ ਝਗੜੇ ਬਖੇੜੇ ਮੁੱਕ ਸਕਦੇ ਹਨ। ਜਦੋਂ ਸਾਡੇ ਅੰਦਰ ਬਰਦਾਸ਼ਤ ਕਰਨ ਵਾਲੀ ਬਿਰਤੀ ਨਹੀਂ ਹੁੰਦੀ, ਜਰਨ ਵਾਲੀ ਬਿਰਤੀ ਨਹੀਂ ਹੁੰਦੀ, ਤੇ ਫਿਰ ਝਗੜੇ ਹੁੰਦੇ ਹਨ। ਫਰੀਦ ਸਾਹਿਬ ਜਿਹੜੀ ਗੱਲ ਕਹਿੰਦੇ ਹਨ ਕਿ ਬੁਰੇ ਦਾ ਭਲਾ ਕਰ, ਉਹ ਕੌਣ ਬੁਰੇ ਦਾ ਭਲਾ ਕਰ ਸਕਦਾ? ਜਿਹਦੇ ਅੰਦਰ ਬੁਰੇ ਦੇ ਬੋਲ ਸੁਣ ਕੇ ਸਹਿਣ ਵਾਲੀ ਬਿਰਤੀ ਹੈ, ਜਿਹਦੇ ਅੰਦਰ ਬਿਰਤੀ। ਜਿਵੇਂ ਆਪਾਂ ਇੱਕ ਆਮ ਵਿਚਾਰ ਸੁਣਦੇ ਹਾਂ, ਕਰਦੇ ਹਾਂ ਕਿ ਮਹਾਭਾਰਤ ਜੰਗ ਦਾ ਕਾਰਨ ਕੀ ਸੀ। ਅੱਗੇ ਤੋਂ ਅੱਗੇ ਗੱਲਾਂ ਤੇ ਬਾਅਦ 'ਚ ਵੱਡੀਆਂ ਹੁੰਦੀਆਂ ਗਈਆਂ, ਪਰ ਬਿਲਕੁਲ ਆਰੰਭ ਗੱਲ ਕਿੱਥੋਂ ਹੋਈ? ਜਦੋਂ ਦ੍ਰੋਪਦੀ ਨੇ ਦੁਰਯੋਧਨ ਨੂੰ ਕਿਹਾ ਕਿ ਅੰਨੇ ਦਾ ਪੁੱਤ ਵੀ ਅੰਨਾ ਹੈ। ਹੁਣ ਉਹ ਮਾੜੇ ਬੋਲ ਬੋਲਣ ਵਾਲੇ ਨੇ ਮਾੜੇ ਬੋਲ ਬੋਲ ਦਿੱਤੇ, ਪਰ ਜੇ ਦੁਰਯੋਧਨ ਦੇ ਅੰਦਰ ਵੀ ਸਹਿਣਸ਼ੀਲਤਾ ਹੁੰਦੀ ਤੇ ਗੱਲ ਫਿਰ ਵੀ ਟਲ ਸਕਦੀ ਸੀ, ਪਰ ਅੰਦਰ ਸਹਿਣਸ਼ੀਲਤਾ ਨਹੀਂ ਸੀ। ਬੋਲਣ ਵਾਲੇ ਨੇ ਬੋਲ ਦਿੱਤਾ। ਸਾਡੇ ਨਾਲ ਲੋਕ ਬੋਲਦੇ, ਜਿਹੜਾ ਬੰਦਾ ਤੇ ਬੋਲ ਕੇ ਜ਼ਰ ਗਿਆ ਉਹ ਤੇ ਝਗੜਾ, ਗੱਲ ਉੱਥੇ ਹੀ ਖਤਮ ਹੋ ਗਈ। ਤੇ ਜਿਹਨੇ ਸੁਣਿਆ ਤੇ ਅੱਗੋਂ ਦੋ ਚਾਰ ਹੋਰ ਸੁਣਾ ਦਿੱਤੀਆਂ, ਫਿਰ ਤੇ ਸਮਝੋ ਗੱਲਾਂ ਉਧਰ ਵਾਲੇ ਨੇ ਹੋਰ ਵਧਾਈਆਂ, ਇੱਧਰ ਵਾਲੇ ਨੇ ਹੋਰ, ਤੇ ਫਿਰ ਗੱਲ ਵੱਧ ਗਈ। ਹੁਣ ਕੋਈ ਪੁੱਛਦਾ ਕਿ ਜੇ ਹੁਣ ਇੱਕ ਨੇ ਤੇਰੇ ਨਾਲ ਇਹ ਬੋਲ ਬੋਲੇ ਕਿ ਅੰਨੇ ਦਾ ਪੁੱਤ ਵੀ ਅੰਨਾ, ਤੂੰ ਮਹਾਭਾਰਤ ਵਰਗਾ ਜੰਗ ਕਰ ਦਿੱਤਾ, ਕਿ ਦੂਜਾ ਕੋਈ ਹੋਰ, ਤੀਜਾ ਕੋਈ ਹੋਰ ਕਹਿ ਦਿੰਦਾ ਕਿ ਤੂੰ ਜੋ ਚਾਰ ਮਹਾਭਾਰਤ ਹੋਰ ਕਰਦਾ। ਗੱਲ ਸਹਿਣਸ਼ੀਲਤਾ ਦੀ ਹੈ।
महाराज कहते जिहड़े रब दे प्यारे ने, भगत ने, गुरमुख ने, उन्हां दे अंदर सहनशीलता हुंदी। गुरु नानक महाराज नूं कहण वालियां ने भूत ना बेताला कहा। गुरु नानक महाराज सहनशीलता है, किसी नूं माड़ा नहीं कहा। वो तो सगों हस के कहण लगे ठीक है, जो तुसीं कहंदे हो तुहाडी बिरती है, ते जिद्दां दी किसी दी बिरती है उदां दा ही कोई बोलेगा, जिद्दां दी बिरती है। जिवें कहंदे हन भाई गुरदास साहब ने जिक्र किया कि कृष्ण जी बैठे सन, दुर्योधन आया, कहण लगा जी बड़े रुखे बैठे हो, बड़े निराश जे, गुस्से च बैठे हो, अज तो कोई चंगा बंदा तुहाडे सामने लिया के पेश करना पवेगा ताकि किसी चंगे नूं वेख के ते तुहाडा भी मन, तुहाडा भी मूड चंगा होवे। तो कहण लगे फिर लिया कोई चंगा बंदा ताकि साडा मन बदल जाए। वो दुर्योधन कोई चंगा लभण चला गया। इन्नी देर नूं अर्जन पहुँच गया। वो कहण लगे भगवान बड़े प्रसन्न बैठे हो, खुश बैठे जे, अज ते कोई वड्डा पापी गुनाहगार भी तुहाडे सामने लिया के खिलार दईए ते वो भी तर जाएगा। तो कहण लगे फिर लिया कोई पापी ते अज ये पुन तू खट उहदा उधार करवा दे। दुर्योधन माड़े नूं लभण चला गया, अर्जन चंगे नूं लभण चला गया। दोवें ही खाली आ गए, ना किसी ने माड़ा लिआंदा ना किसी ने चंगा। ते दुर्योधन नूं जदों पुछया गया कि कोई माड़ा बंदा लिआंदा, कोई चंगा लिआंदा क्यों नहीं है, तू कहंदा सी मैं चंगा लभ के लिआउंदा हां। वो कहण लगा जी मैं तां बड़ियां नूं वेख्या, चंगा लभ्या ही कोई नहीं, मैं लिआउंदा किहड़ा। ते दूजे अर्जन नूं पुछया गया कि तू माड़ा पापी क्यों नहीं लिआंदा। वो कहण लगा जी कोई पापी लभ्या ही नहीं, कोई माड़ा लभ्या ही नहीं। हुण एक उन्हां लोगां दे विच बाहर घुम्या, ਉਹਨੂੰ कोई चंगा नहीं दिसिया लग्या, एक नूं माड़ा कोई नहीं लग्या। हुण फर्क कित्थे भाई गुरदास साहब कहंदे आप भला सब जग भला, जिहड़ा आप भला ਉਹਦੇ ਲਈ ਸਾਰੇ ਭਲੇ ਜੇ, ਤੇ ਜਿਹਦੀ ਆਪਣੀ ਬਿਰਤੀ ਮੈਲੀ ਹੈ ਉਹਦੇ ਲਈ ਸਾਰਾ ਸੰਸਾਰ ਵੀ ਮੈਲਾ ਹੈ। ਉਹਦੇ ਲਈ ਦੂਜੇ ਵੀ ਉਸੇ ਤਰ੍ਹਾਂ ਦੇ ਹਨ, ਉਹਦੇ ਲਈ ਦੂਜੇ ਵੀ ਉਸੇ ਨਜ਼ਰੀਏ, ਕਿਉਂਕਿ ਸਾਡੀ ਨਜ਼ਰੀਆ ਹੈ, ਸਾਡਾ ਦੇਖਣ ਦਾ एक सुभाव है। आपां दूजियां नूं, संसार नूं, चीज़ां नूं किहड़े तरीके दे नाल वेखदे हां। सो जिहड़े रब्बी प्यारे हुंदे ने उन्हां दे अंदर बड़ी सहनशीलता। गुरु साहब कहंदे जे ये सानूं भूतना बेताला कह रहे ने, इन्हां दी बिरती ही इत्थे है, इदों वध कह की सकदे हां। कोई आखे भूतना, को कहे कबीर साहब नूं कहा, बहुत कुछ लोगां ने बौरा पागल कहा। ते वो है सहनशीलता दी एक मिसाल कि माड़ा भी कोई कवे तो उन्होंने भी हस के कबूल कर लेना। कबीर साहब कहते लोग कहें कबीर बौराना, लोग कहिंदे कबीर पागल है, अपनी थां ठीक कहिंदे हन, क्योंकि वो कबीर ते कबीर दी अवस्था नूं जाणदे नहीं हन। पर साडा मालक जरूर जानदा है कि कबीर पागल है, बौरा है कि कबीर उत्तम है। कबीर का मरम राम पहचाना, कबीर लोग के जानै बापुरा, जे मन ना ही ज्ञान। इन्हां दा की दोष है, कहंदे इन्हां नूं ते समझ ही नहीं है, ज्ञान उस अवस्था दा पता ही नहीं है। जिवें गुरु कहंदे एवड ऊंचा होवै कोई, तिस ऊंचे को जाणै सोई। कोई ओडा उच्चा है ते उच्चे नूं जाण सकदा, जिहड़ा उत्थों तक पहुंचिया ही नहीं, थल्ले खड़ा खड़ा जो मर्जी बोली जाए उहदा की है। सहनशील संतं सम मित्रस्या दुर्जनै, ਜਿਹੜੇ परमात्मा दे प्यारे ने, संत ने, उन्हां दे अंदर है सहनशीलता। भावें कोई उन्हां दे नाल मित्रता कमावे, भावें कोई उन्हां दे नाल दुश्मनी कमावे, वो सब नूं बराबर नज़रिए दे नाल भले दा उपदेश देंदे ने, चंगा उपदेश देंदे हन। नानक भोजन अनेक प्रकारेण, निंदक आवद होए उपतिष्ठ ते। कहंदे जेड़े ते वो मित्र ਹਨ ਉਹ ਰੱਬੀ ਪਿਆਰਿਆਂ ਦੇ ਕੋਲ ਆਉਂਦੇ ਹਨ ਤੇ ਅਨੇਕਾਂ ਪ੍ਰਕਾਰ ਦੇ ਭੋਜਨ ਪਦਾਰਥ ਭੇਟਾਵਾਂ ਬਹੁਤ ਕੁਝ ਲਿਆ ਕੇ ਉਹ ਭੇਟ ਕਰਦੇ ਹਨ। ਤੇ ਜਿਹੜੇ ਦੁਰਜਨ ਨਿੰਦਕ ਹੁੰਦੇ ਹਨ ਉਹ ਫਿਰ ਚਾਹੇ ਜ਼ੁਬਾਨ ਰੂਪੀ ਹਥਿਆਰ ਵਰਤਣ ਰੱਬੀ ਪਿਆਰੇ ਦੀ ਨਿੰਦਿਆ ਕਰਨ ਦੇ ਲਈ, ਭਾਵੇਂ ਹੱਥ 'ਚ ਦੂਜੇ ਸ਼ਸਤਰ ਲੈ ਕੇ, ਹਥਿਆਰ ਲੈ ਕੇ ਉਹਦਾ ਨੁਕਸਾਨ ਕਰਨ, ਉਹ ਆਪਣੇ ਤਰੀਕੇ ਦੇ ਨਾਲ ਬੁਰਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਜਿਹੜੇ ਮਿੱਤਰ ਨੇ, ਸ਼ਰਧਾਲੂ ਨੇ, ਜਗਿਆਸੂ ਨੇ, ਉਹ ਤਰ੍ਹਾਂ ਤਰ੍ਹਾਂ ਦੀਆਂ ਸੇਵਾਵਾਂ ਲਿਆ ਕੇ ਭੇਟ ਕਰਦੇ ਨੇ। ਤੇ ਜਿਹੜਾ ਰੱਬੀ ਪਿਆਰਾ ਹੈ ਉਹ ਦੋਵਾਂ ਨੂੰ ਇੱਕੋ ਜਿਹੇ ਨਜ਼ਰੀਏ ਦੇ ਨਾਲ ਵੇਂਦਾ ਹੈ।
ਉਹ ਮਾੜਾ ਕਰਨ ਵਾਲਿਆਂ ਦੇ ਵੀ ਅਵਗੁਣਾਂ ਨੂੰ ਨਾ ਚਿਤਾਰਦਿਆਂ ਉਹਨਾਂ ਨੂੰ ਵੀ ਭਲੀ ਮੱਤ ਤੇ ਭਲੀ ਸਿੱਖਿਆ ਦਿੰਦਾ ਹੈ। ਇਹ ਵੀ ਸੁਧਰ ਜਾਣ, ਇਹਨਾਂ ਦਾ ਜੀਵਨ ਵੀ ਬਦਲ ਜਾਵੇ, ਇਹਨਾਂ ਦਾ ਜੀਵਨ ਵੀ ਉੱਚਾ ਹੋ ਜਾਵੇ। ਸੋ ਇਸ ਸ਼ਲੋਕ ਅੰਦਰ ਗੁਰੂ ਮਹਾਰਾਜ ਗੁਰਮੁਖ ਦਾ, ਸੰਤ ਦਾ, ਰੱਬ ਦੇ ਨਾਲ ਜੁੜੇ ਹੋਏ ਰੱਬੀ ਪਿਆਰੇ ਦਾ, ਬ੍ਰਹਮ ਗਿਆਨੀ ਦਾ ਜਿਹੜਾ ਸੁਭਾਅ ਹੈ ਉਹਦੀ ਗੱਲ ਕਰ ਰਹੇ ਨੇ। ਸੁਖਮਨੀ ਸਾਹਿਬ ਅੰਦਰ ਵੀ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲਪਵਾ। ਕਿੰਨੀਆਂ ਉਦਾਹਰਨਾਂ ਗੁਰੂ ਨੇ ਦਿੱਤੀਆਂ, ਦਰਖਤ ਦੀ ਉਦਾਹਰਨ, ਧਰਤੀ ਦੀ ਉਦਾਹਰਨ, ਅਸਮਾਨ ਦੀ ਉਦਾਹਰਨ, ਹਵਾ ਦੀ ਉਦਾਹਰਨ। ਹਵਾ ਕੋਈ ਵਿਤਕਰਾ ਥੋੜ੍ਹਾ ਕਰਦੀ ਹੈ, ਦਰਖਤ ਵਿਤਕਰਾ ਨਹੀਂ ਕਰਦਾ। ਜਿਹੜਾ ਤੇ ਦਰਖਤ ਨੂੰ ਪਾਣੀ ਪਾਉਂਦਾ ਉਹਨੂੰ ਵੀ ਦਰਖਤ ਤੋਂ ਫਲ ਮਿਲਦਾ ਹੈ, ਤੇ ਜਿਹੜਾ ਦਰਖਤ ਨੂੰ ਕੁਹਾੜੀ ਲੈ ਕੇ ਕੱਟਦਾ ਹੈ ਉਹਨੂੰ ਵੀ ਕੁਝ ਨਾ ਕੁਝ ਦਰਖਤ ਤੋਂ ਮਿਲ ਹੀ ਜਾਂਦਾ, ਭਾਵੇਂ ਉਹ ਲੱਕੜਾਂ ਵੇਚ ਕੇ 4 ਪੈਸੇ ਕਮਾ ਲਵੇ। ਸੋ ਮਹਾਰਾਜ ਕਹਿੰਦੇ ਰੱਬੀ ਪਿਆਰੇ ਦਾ ਸੁਭਾਅ ਵੀ ਇੱਦਾਂ ਦਾ ਹੀ ਹੈ। ਉਹ ਜੇ ਉਹਦਾ ਕੋਈ ਭਲਾ ਕਰਦਾ ਹੈ ਉਹ ਉਹਦਾ ਵੀ ਭਲਾ, ਤੇ ਜੇ ਕੋਈ ਬੁਰਾ ਕਰਦਾ ਉਹ ਉਹਦਾ ਵੀ ਭਲਾ ਹੀ ਲੋਚਦਾ ਹੈ। ਇਹ ਸਤਿਗੁਰੂ ਜੀ ਨੇ ਇਸ 27 ਨੰਬਰ ਸ਼ਲੋਕ 'ਚ ਉਪਦੇਸ਼ ਵਰਣਨ ਕੀਤਾ। ਸੋ ਗੁਰੂ ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ। ਇਹ ਸਾਡੇ ਲਈ ਸਿੱਖਿਆਵਾਂ ਹਨ। ਅਸੀਂ ਵੀ ਰੱਬੀ ਪਿਆਰੇ ਬਣਨਾ। ਕੋਈ ਜਿਹੜੇ ਸੰਤ ਗੁਰਮੁਖ ਨੇ ਉਹ ਕੋਈ ਵੱਖਰੇ ਤਰੀਕੇ ਦੇ ਨਾਲ ਸੰਸਾਰ 'ਚ ਪੈਦਾ ਨਹੀਂ ਹੁੰਦੇ ਹਨ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਕਮਾ ਲਿਆ ਬਸ ਉਹੀ ਗੁਰੂ ਦਾ ਪਿਆਰਾ ਬਣ ਗਿਆ। ਇਹ ਨਹੀਂ ਕਿ ਕਿਸੇ ਵੱਖਰੇ ਦੇ ਲਈ ਇਹ ਉਪਦੇਸ਼ ਨੇ, ਇਹ ਸਾਡੇ ਲਈ ਉਪਦੇਸ਼ ਹੈ। ਇਹ ਸੁਭਾਅ, ਇਹ ਬਿਰਤੀ, ਇਹ ਵਿਹਾਰ, ਇਹ ਆਚਾਰ ਅਸੀਂ ਆਪਣਾ ਬਣਾਉਣਾ ਹੈ। ਨਜ਼ਰੀਆ ਚੰਗਾ ਬਣਾਉਣਾ ਹੈ, ਆਚਾਰ ਤੇ ਕਿਰਦਾਰ ਚੰਗਾ ਬਣਾਉਣਾ ਹੈ। ਫਰੀਦਾ ਬੁਰੇ ਦਾ ਭਲਾ ਕਰ ਵਾਲਾ ਉਪਦੇਸ਼ ਅਸੀਂ ਧਾਰਨ ਕਰਨਾ। ਮਨ ਆਪਣੇ ਤੇ ਬੁਰਾ ਮਿਟਾਣਾ ਵਾਲਾ ਉਪਦੇਸ਼ ਕਿਹਦੇ ਲਈ ਹੈ? ਸਾਡੇ ਲਈ। ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ। ਇਹ ਉਪਦੇਸ਼ ਸਾਡੇ ਲਈ ਆ। ਗੁਰੂ ਕਿਰਪਾ ਕਰੇ ਗੁਰੂ ਕੇ ਉਪਦੇਸ਼ ਆਪਾਂ ਵਸਾਈਏ, ਜੀਵਨ 'ਚ ਕਮਾਈਏ, ਗੁਰੂ ਦੀਆਂ ਖੁਸ਼ੀਆਂ ਮਿਲਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹੱਲਾ ਤੀਜਾ।